हाँ जी स्टूडेंट्स, लास्ट टाइम ਤੁਸੀਂ ਸਾਲਟ ਬ੍ਰਿਜ ਤੇ ਉਹਦੇ ਕੀ ਫੰਕਸ਼ਨ ਹੁੰਦੇ ਨੇ ਉਹ ਟੌਪਿਕ ਡਿਸਕਸ ਕੀਤਾ ਸੀ ਤੇ ਇਸ ਤੋਂ ਬਾਅਦ ਦੇ ਵਿੱਚ ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਇਲੈਕਟ੍ਰੋਡ ਪੋਟੈਂਸ਼ੀਅਲ ਹੁੰਦੀ ਹੈ ਸਮਰੱਥਾ। ਇਲੈਕਟ੍ਰੋਡ ਜਿਹੜੇ ਆਪਾਂ ਇਲੈਕਟ੍ਰੋਕੈਮੀਕਲ ਸੈੱਲ 'ਚ ਡਿਸਕਸ ਕੀਤੇ ਹੈ, ਜ਼ਿੰਕ ਇਲੈਕਟ੍ਰੋਡ ਹੈ, ਕਾਪਰ ਇਲੈਕਟ੍ਰੋਡ ਹੈ, ਉਹਨਾਂ ਦੀ ਸਮਰੱਥਾ ਕਿ ਜ਼ਿੰਕ ਇਲੈਕਟ੍ਰੋਡ ਜੋ ਹੈ ਉਹ ਕਿੰਨੇ ਕੁ ਇਲੈਕਟ੍ਰੋਨ ਲੂਜ਼ ਕਰਕੇ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਸਕਦਾ ਹੈ ਤੇ ਜੋ ਕਾਪਰ ਇਲੈਕਟ੍ਰੋਡ ਹੈ ਉਸ ਦੀ ਸਮਰੱਥਾ ਕਿ ਉਹ ਕਿੰਨੇ ਕੁ ਇਲੈਕਟ੍ਰੋਨ ਗੇਨ ਕਰਕੇ ਕਿੰਨੀ ਕੁ ਇਲੈਕਟ੍ਰਿਸਿਟੀ ਜੋ ਹੈ ਉਹ ਪ੍ਰੋਡਿਊਸ ਕਰ ਸਕਦਾ ਹੈ, ਉਸ ਨੂੰ ਇਲੈਕਟ੍ਰੋਡ ਪੋਟੈਂਸ਼ੀਅਲ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹ ਪਹਿਲਾਂ ਡਿਸਕਸ ਕਰਾਂਗੇ ਇਸ ਦੀ ਡੈਫੀਨੇਸ਼ਨ। ਦ ਇਲੈਕਟ੍ਰੀਕਲ ਪੋਟੈਂਸ਼ੀਅਲ ਡਿਫਰੈਂਸ ਸੈਟ ਅਪ ਬਿਟਵੀਨ ਦ ਮੈਟਲ ਐਂਡ ਇਟਸ ਸੋਲਿਊਸ਼ਨ। ਜੋ ਮੈਟਲ ਇਲੈਕਟ੍ਰੋਡ ਜਿਵੇਂ ਜ਼ਿੰਕ ਦੀ ਮੈਟਲ ਇਲੈਕਟ੍ਰੋਡ ਹੈ ਤੇ ਉਸ ਦਾ ਸੋਲਿਊਸ਼ਨ ਜ਼ਿੰਕ ਸਲਫੇਟ ਹੈ, ਉਹਨਾਂ ਦੇ ਵਿੱਚ ਆਪਸ 'ਚ ਇਲੈਕਟ੍ਰੀਕਲ ਪੋਟੈਂਸ਼ੀਅਲ ਡਿਫਰੈਂਸ ਜਾਂ ਫਿਰ ਕਾਪਰ ਇਲੈਕਟ੍ਰੋਡ ਤੇ ਉਸ ਦਾ ਜੋ ਸੋਲਿਊਸ਼ਨ ਹੈ ਕਾਪਰ ਸਲਫੇਟ, ਉਹਨਾਂ 'ਚ ਜੋ ਇਲੈਕਟ੍ਰੀਕਲ ਪੋਟੈਂਸ਼ੀਅਲ ਡਿਫਰੈਂਸ ਹੈ। ਸੋ ਜੋ ਇਲੈਕਟ੍ਰੀਕਲ ਪੋਟੈਂਸ਼ੀਅਲ ਡਿਫਰੈਂਸ ਸੈਟ ਅਪ ਬਿਟਵੀਨ ਦਾ ਮੈਟਲ ਐਂਡ ਇਟਸ ਸੋਲਿਊਸ਼ਨ ਇਜ਼ ਨੋਨ ਐਜ਼ ਇਲੈਕਟ੍ਰੋਡ ਪੋਟੈਂਸ਼ੀਅਲ। ਤੇ ਇਲੈਕਟ੍ਰੋਡ ਪੋਟੈਂਸ਼ੀਅਲ ਦੋ ਤਰ੍ਹਾਂ ਦੀ ਹੁੰਦੀ ਹੈ। ਨੰਬਰ 1 ਆਕਸੀਡੇਸ਼ਨ ਪੋਟੈਂਸ਼ੀਅਲ। ਆਕਸੀਡੇਸ਼ਨ ਮਤਲਬ ਕਿੰਨੇ ਕੁ ਇਲੈਕਟ੍ਰੋਨ ਲੂਜ਼ ਕੀਤੇ, ਸੋ ਉਸ ਦੇ ਅਕੋਰਡਿੰਗ ਹੀ ਇਹ ਆਕਸੀਡੇਸ਼ਨ ਪੋਟੈਂਸ਼ੀਅਲ ਹੈ। ਦ ਟੈਂਡੈਂਸੀ ਆਫ ਐਨ ਇਲੈਕਟ੍ਰੋਡ ਟੂ ਲੂਜ਼ ਦ ਇਲੈਕਟ੍ਰॉन्स ਔਰ ਟੂ ਗੈਟ ਆਕਸੀਡਾਈਜ਼ਡ ਇਜ਼ ਕਾਲਡ ਇਟਸ ਆਕਸੀਡੇਸ਼ਨ ਪੋਟੈਂਸ਼ੀਅਲ। ਕਿਸੇ ਵੀ ਇਲੈਕਟ੍ਰੋਡ ਦੀ ਸਮਰੱਥਾ ਕਿ ਉਹ ਕਿੰਨੇ ਕੁ ਇਲੈਕਟ੍ਰੋਨ ਲੂਜ਼ ਕਰ ਸਕਦਾ ਹੈ ਉਸ ਨੂੰ ਉਸਦੀ ਆਕਸੀਡੇਸ਼ਨ ਪੋਟੈਂਸ਼ੀਅਲ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਜਿਵੇਂ ਜ਼ਿੰਕ ਦੀ ਸਮਰੱਥਾ ਹੈ ਕਿ Zn2 ਪੋਜ਼ਿਟਿਵ ਆਇਨਸ 'ਚ ਕਨਵਰਟ ਹੋ ਸਕਦਾ, ਮੀਨਸ 2 ਇਲੈਕਟ੍ਰੋਨ ਇਹ ਲੂਜ਼ ਕਰ ਸਕਦਾ ਹੈ। ਸੋ ਇਟ ਮੀਨਸ ਇਸ ਦੀ ਆਕਸੀਡੇਸ਼ਨ ਪੋਟੈਂਸ਼ੀਅਲ 2 ਹੈ। ਇਸੇ ਤਰ੍ਹਾਂ ਰਿਡਕਸ਼ਨ ਪੋਟੈਂਸ਼ੀਅਲ, ਰਿਡਕਸ਼ਨ ਮੀਨਸ ਇਲੈਕਟ੍ਰੋਨ ਗੇਨ ਕਰਨੇ। The tendency of an electrode to gain the electrons or to get reduced is called its reduction potential। ਕਿਸੇ ਵੀ ਇਲੈਕਟ੍ਰੋਡ ਦੀ ਸਮਰੱਥਾ ਕਿ ਉਹ ਕਿੰਨੇ ਕੁ ਇਲੈਕਟ੍ਰੋਨ ਗੇਨ ਕਰ ਸਕਦਾ ਹੈ ਉਸ ਨੂੰ ਉਸਦੀ ਰਿਡਕਸ਼ਨ ਪੋਟੈਂਸ਼ੀਅਲ ਦਾ ਨਾਮ ਦਿੱਤਾ ਜਾਂਦਾ ਹੈ। ਫੋਰ ਐਗਜ਼ਾਮਪਲ ਕਾਪਰ 2 ਪੋਜ਼ਿਟਿਵ ਐਕੁਅਸ ਪਲੱਸ 2 ਇਲੈਕਟ੍ਰੋਨਸ। ਸੋ ਜੋ ਕਾਪਰ ਇਲੈਕਟ੍ਰੋਡ ਹੈ ਰਾਈਟ ਹੈਂਡ ਸਾਈਡ 'ਤੇ, ਉਹ ਜੋ ਜ਼ਿੰਕ 2 ਇਲੈਕਟ੍ਰੋਨ ਲੂਜ਼ ਕਰਦਾ ਹੈ ਉਹਨਾਂ ਨੂੰ ਇਹ ਗੇਨ ਕਰ ਲੈਂਦਾ ਹੈ ਤੇ ਕਾਪਰ ਸੋਲਿਡ 'ਚ ਕਨਵਰਟ ਹੋ ਜਾਂਦਾ। ਇਟ ਮੀਨਸ ਇਸ ਦੀ ਵੀ ਰਿਡਕਸ਼ਨ ਪੋਟੈਂਸ਼ੀਅਲ ਜੋ ਹੈ ਉਹ 2 ਹੈ, 2 ਇਲੈਕਟ੍ਰੋਨ ਇਹ ਗੇਨ ਕਰ ਸਕਦਾ ਹੈ। ਸੋ ਦਿਸ ਇਜ਼ ਇਲੈਕਟ੍ਰੋਡ ਪੋਟੈਂਸ਼ੀਅਲ। ਇਸ ਤੋਂ ਬਾਅਦ ਨੈਕਸਟ ਟੌਪਿਕ ਹੁੰਦਾ ਹੈ EMF ਔਰ ਸੈੱਲ ਪੋਟੈਂਸ਼ੀਅਲ ਆਫ ਏ ਸੈੱਲ। ਜੋ ਇਲੈਕਟ੍ਰੋਕੈਮੀਕਲ ਸੈੱਲ ਆਪਾਂ ਡਿਸਕਸ ਕੀਤਾ ਉਸ ਦੀ ਪੋਟੈਂਸ਼ੀਅਲ, ਉਸ ਦੀ ਸਮਰੱਥਾ ਕਿ ਉਹ ਕਿੰਨੀ ਕੁ ਵੋਲਟੇਜ ਪ੍ਰੋਡਿਊਸ ਕਰ ਸਕਦਾ ਹੈ, ਉਸ ਨੂੰ EMF ਜਾਂ ਫਿਰ ਸੈੱਲ ਪੋਟੈਂਸ਼ੀਅਲ ਦਾ ਨਾਮ ਦਿੱਤਾ ਜਾਂਦਾ ਹੈ। ਸੋ ਡੈਫੀਨੇਸ਼ਨ ਹੈ ਇਸ ਦੀ, the difference between the electrode potentials of two electrodes constituting an electrochemical cell। ਦੋ ਇਲੈਕਟ੍ਰੋਡਸ ਜਿਹੜੀਆਂ ਨੇ ਉਹਨਾਂ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਕਿ ਕਿੰਨੀ ਕੁ ਸਮਰੱਥਾ ਉਹਨਾਂ ਦੀ, ਕਿ ਇੱਕ ਦੀ ਇਲੈਕਟ੍ਰੋਨ ਲੂਜ਼ ਕਰਨ ਦੀ ਕਿੰਨੀ ਸਮਰੱਥਾ ਹੈ, ਦੂਜੇ ਦੀ ਇਲੈਕਟ੍ਰੋਨ ਗੇਨ ਕਰਨ ਦੀ ਕਿੰਨੀ ਸਮਰੱਥਾ ਹੈ, ਉਹਨਾਂ ਦੇ ਵਿਚਕਾਰ ਜੋ ਡਿਫਰੈਂਸ ਹੁੰਦਾ ਹੈ ਉਸ ਨੂੰ EMF ਜਾਂ ਫਿਰ ਸੈੱਲ ਪੋਟੈਂਸ਼ੀਅਲ ਜੋ ਹੈ ਉਸ ਦਾ ਨਾਮ ਦਿੱਤਾ ਜਾਂਦਾ ਹੈ। ਲਿਖਿਆ ਹੋਇਆ ਇਜ਼ ਨੋਨ ਐਜ਼ ਇਲੈਕਟ੍ਰੋਮੋਟਿਵ ਫੋਰਸ ਔਰ ਸੈੱਲ ਪੋਟੈਂਸ਼ੀਅਲ ਆਫ ਦਾ ਸੈੱਲ। ਸੋ EMF ਦੀ ਜੋ ਫੁੱਲ ਟਰਮ ਹੁੰਦੀ ਹੈ ਇਸ ਦਾ ਨਾਮ ਹੁੰਦਾ ਹੈ ਇਲੈਕਟ੍ਰੋਮੋਟਿਵ ਫੋਰਸ ਔਰ ਸੈੱਲ ਪੋਟੈਂਸ਼ੀਅਲ। ਕਿ ਜੋ ਡਿਫਰੈਂਟ ਦੋ ਇਲੈਕਟ੍ਰੋਡਸ ਨੇ ਉਹਨਾਂ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈ। ਸੋ ਨੈਕਸਟ ਵੀ ਦਿੱਤਾ ਹੋਇਆ ਇਨ ਦਾ ਪ੍ਰੀਵੀਅਸ ਕਲਾਸ ਔਰ ਇਨ ਦਾ ਇਲੈਕਟ੍ਰੋਕੈਮੀਕਲ ਸੈੱਲ। ਪਿਛਲੀ ਕਲਾਸ ਦੇ ਵਿੱਚ ਵੀ ਤੇ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਵੀ we have studied that the reduction occurs at cathode। ਅਸੀਂ ਇਹ ਸਟੱਡੀ ਕੀਤਾ ਕਿ ਰਿਡਕਸ਼ਨ ਕੈਥੋਡ ਤੇ ਹੁੰਦੀ ਹੈ ਐਂਡ ਆਕਸੀਡੇਸ਼ਨ occurs at anode। ਇਹ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ, ਆਕਸੀਡੇਸ਼ਨ always occurs at anode while reduction always occurs at cathode। therefore EMF or E cell is equal to E cathode minus E anode। ਸੋ ਇੱਥੋਂ ਫਿਰ ਇਹ ਰਿਲੇਸ਼ਨ ਆ ਜਾਂਦਾ EMF ਜਾਂ E cell ਦਾ। ਜੇ ਕੈਲਕੂਲੇਟ ਕਰਨੀ ਹੋਵੇ ਤਾਂ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਆਫ ਕੈਥੋਡ ਮਾਈਨਸ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਆਫ ਐਨੋਡ। ਐਂਡ ਫॉर ਸਟੈਂਡਰਡ ਵੈਲਿਊਜ਼, ਤੇ ਜੇਕਰ ਸਟੈਂਡਰਡ ਵੈਲਿਊਜ਼ ਲੈਣੀਆਂ ਹੋਣ ਮੀਨਸ ਸਟੈਂਡਰਡ ਟੈਂਪਰੇਚਰ ਤੇ ਪ੍ਰੈਸ਼ਰ ਦੀ ਕੰਡੀਸ਼ਨ ਦੇ ਉੱਤੇ, ਤਾਂ ਇਹਦੇ ਉੱਪਰ ਆਪਾਂ ਨੋਡ ਲਗਾ ਦਿੰਦੇ ਹਾਂ। ਸੋ ਇਹ ਹੋ ਗਿਆ E ਨੋਡ ਸੈੱਲ ਇਜ਼ ਇਕੁਅਲ ਟੂ E ਨੋਡ ਕੈਥੋਡ ਮਾਈਨਸ E ਨੋਡ ਐਨੋਡ। ਸੋ ਇੱਥੇ ਦੱਸਿਆ ਹੋਇਆ ਵੇਅਰ E ਨੋਡ ਸੈੱਲ ਇਜ਼ ਦਾ ਸਟੈਂਡਰਡ ਸੈੱਲ ਪੋਟੈਂਸ਼ੀਅਲ ਆਫ ਏ ਸੈੱਲ। E node cathode is the standard electrode potential of cathode and E node anode is the standard electrode potential of anode। ਸੋ ਇਹ ਰਿਲੇਸ਼ਨ ਜੋ ਹੈ ਇਹ ਸਾਡੇ ਕੰਮ ਆਉਂਦਾ ਅੱਗੇ ਜਾ ਕੇ ਨੂਮੈਰੀਕਲਸ ਦੇ ਵਿੱਚ। ਅੱਗੇ ਨੂਮੈਰੀਕਲ ਆਪਾਂ ਡਿਸਕਸ ਕਰਾਂਗੇ, ਉਹਨਾਂ ਦੇ ਵਿੱਚ ਇਹ ਰਿਲੇਸ਼ਨ ਜੋ ਹੈ ਇਹ ਯੂਜ਼ਫੁਲ ਹੈ। ਇਸ ਤੋਂ ਬਾਅਦ ਦੇ ਵਿੱਚ ਨੈਕਸਟ ਇੱਕ ਕੁਐਸਚਨ ਆ ਜਾਂਦਾ ਹੈ, ਵਟ ਇਜ਼ ਦਾ ਡਿਫਰੈਂਸ ਬਿਟਵੀਨ EMF ਐਂਡ ਪੋਟੈਂਸ਼ੀਅਲ ਡਿਫਰੈਂਸ।
सो EMF ਦੇ ਬਾਰੇ ਹੁਣੇ ਆਪਾਂ ਡਿਸਕਸ ਕੀਤਾ ਤੇ ਪੋਟੈਂਸ਼ੀਅਲ ਡਿਫਰੈਂਸ ਜੋ ਹੈ ਇਸ ਦੇ ਬਾਰੇ ਇਸ ਟੌਪਿਕ ਦੇ ਵਿੱਚ ਹੀ ਡੈਫੀਨੇਸ਼ਨ ਡਿਸਕਸ ਕਰਾਂਗੇ। ਸੋ ਪਹਿਲਾਂ ਤਾਂ EMF ਦੇ ਵਿੱਚ ਫਸਟ ਪੁਆਇੰਟ, it is the potential difference between the two electrodes when no current is flowing in the circuit। ਸੋ EMF ਉਹ ਪੋਟੈਂਸ਼ੀਅਲ ਡਿਫਰੈਂਸ ਹੈ ਦੋ ਇਲੈਕਟ੍ਰੋਡਸ ਦੇ ਵਿਚਕਾਰ ਜਿਹੜੀ ਉਦੋਂ ਕੈਲਕੂਲੇਟ ਕੀਤੀ ਜਾਂਦੀ ਹੈ ਜਦੋਂ ਸੈੱਲ ਹਜੇ ਵਰਕ ਨਹੀਂ ਕਰ ਰਿਹਾ। ਮੀਨਸ ਹਜੇ ਜ਼ਿੰਕ ਦੀ ਇਲੈਕਟ੍ਰੋਡ ਪੂਰੀ ਉਸੇ ਤਰ੍ਹਾਂ ਪਈ ਹੈ, ਕੋਈ ਉਹਨੇ ਇਲੈਕਟ੍ਰੋਨ ਲੂਜ਼ ਨਹੀਂ ਕੀਤੇ। ਕਾਪਰ ਦੀ ਇਲੈਕਟ੍ਰੋਡ ਉਸੇ ਤਰ੍ਹਾਂ ਪਈ ਹੈ, ਕੋਈ ਉਹਨੇ ਇਲੈਕਟ੍ਰੋਨ ਗੇਨ ਨਹੀਂ ਕੀਤੇ। ਮਤਲਬ ਹਜੇ ਕੋਈ ਪ੍ਰੋਸੈਸ ਸ਼ੁਰੂ ਨਹੀਂ ਹੋਈ, ਪੂਰੀ ਉਹਨਾਂ ਦੀ ਜੋ ਸਮਰੱਥਾ ਹੈ ਉਹਨਾਂ ਦੇ ਵਿੱਚ ਪਈ ਹੈ। ਕਿਸੇ ਨੇ ਹਜੇ ਕੋਈ ਸਮਰੱਥਾ ਲੂਜ਼ ਨਹੀਂ ਕੀਤੀ, ਕਿਸੇ ਨੇ ਐਕਸਟਰਾ ਗੇਨ ਨਹੀਂ ਕੀਤੀ। ਸੋ ਉਹ ਪੋਟੈਂਸ਼ੀਅਲ ਡਿਫਰੈਂਸ ਹੈ ਇਹ ਦੋ ਇਲੈਕਟ੍ਰੋਡਸ ਦੇ ਵਿਚਕਾਰ, ਜਿਹੜਾ ਉਦੋਂ ਕੈਲਕੂਲੇਟ ਕੀਤਾ ਜਾਂਦਾ ਜਦੋਂ ਕੋਈ ਵੀ ਕਰੰਟ ਜੋ ਹੈ ਸਰਕਟ ਦੇ ਵਿੱਚ ਨਹੀਂ ਜਾ ਰਿਹਾ। ਬਟ ਪੋਟੈਂਸ਼ੀਅਲ ਡਿਫਰੈਂਸ ਕੀ ਹੈ? ਇਟ ਇਜ਼ ਦਾ ਡਿਫਰੈਂਸ ਆਫ ਦਾ ਇਲੈਕਟ੍ਰੋਡ ਪੋਟੈਂਸ਼ੀਅਲਸ ਆਫ ਦਾ ਟੂ ਇਲੈਕਟ੍ਰੋਡਸ ਵੈਨ ਦਾ ਸੈੱਲ ਇਜ਼ ਸੈਂਡਿੰਗ ਕਰੰਟ ਥਰੂ ਦਾ ਸਰਕਟ। ਇਹ ਉਦੋਂ ਕੈਲਕੂਲੇਟ ਕੀਤੀ ਜਾਂਦੀ ਹੈ ਇਲੈਕਟ੍ਰੋਡ ਪੋਟੈਂਸ਼ੀਅਲ ਜਦੋਂ ਕਰੰਟ ਜੋ ਹੈ ਉਹ ਜਾਣਾ ਸ਼ੁਰੂ ਹੋ ਜਾਂਦਾ ਹੈ। ਕਰੰਟ ਜੋ ਹੈ ਤੁਹਾਨੂੰ ਦੱਸਿਆ, ਤੁਸੀਂ ਇਲੈਕਟ੍ਰੋਕੈਮੀਕਲ ਸੈੱਲ 'ਚ ਵੀ ਪੜ੍ਹਿਆ ਕਿ ਐਨੋਡ ਤੋਂ ਕੈਥੋਡ ਵੱਲ ਇਲੈਕਟ੍ਰੋਨ ਜਾਂਦੇ ਨੇ ਅਤੇ ਕੈਥੋਡ ਤੋਂ ਐਨੋਡ ਵੱਲ ਫਿਰ ਇਲੈਕਟ੍ਰੀਸਿਟੀ ਜੋ ਹੈ ਉਹ ਇਲੈਕਟ੍ਰਿਕ ਕਰੰਟ ਆਉਣਾ ਸ਼ੁਰੂ ਹੁੰਦਾ। ਸੋ ਉਸ ਸਮੇਂ ਫਿਰ ਜੋ ਇਲੈਕਟ੍ਰੋਡ ਪੋਟੈਂਸ਼ੀਅਲ ਮੈਜ਼ਰ ਕੀਤੀ ਜਾਂਦੀ ਹੈ ਉਸ ਨੂੰ ਪੋਟੈਂਸ਼ੀਅਲ ਡਿਫਰੈਂਸ ਦਾ ਨਾਮ ਦਿੱਤਾ ਜਾਂਦਾ ਹੈ। ਸੈਕਿੰਡ ਪੁਆਇੰਟ, ਇਟ ਇਜ਼ ਦਾ ਮੈਕਸੀਮਮ ਵੋਲਟੇਜ ਓਬਟੇਨੇਬਲ ਫਰੋਮ ਦਾ ਸੈੱਲ। ਹੁਣ ਜਦੋਂ ਸੈੱਲ ਹਜੇ ਵਰਕ ਨਹੀਂ ਕਰ ਰਿਹਾ, ਇਹਦਾ ਮਤਲਬ ਉਹਦੀ ਜੋ ਵੋਲਟੇਜ ਆ ਉਹ ਮੈਕਸੀਮਮ ਹੈ, ਹਜੇ ਘਟੀ ਨਹੀਂ ਹੈ। ਸੋ ਇਸ ਕਰਕੇ ਇਹ ਮੈਕਸੀਮਮ ਵੋਲਟੇਜ ਹੁੰਦੀ ਹੈ ਕਿਸੇ ਵੀ ਸੈੱਲ ਦੀ, ਅਤੇ ਇਹਦੇ 'ਚ ਇਟ ਇਜ਼ ਲੈਸ ਦੈਨ ਦਾ ਮੈਕਸੀਮਮ ਵੋਲਟੇਜ ਓਬਟੇਨੇਬਲ ਫਰੋਮ ਦਾ ਸੈੱਲ। ਅਤੇ ਇਹਦੇ ਬਾਰੇ ਜਦੋਂ ਹੁਣ ਸੈੱਲ ਜੋ ਹੈ ਉਹ ਵਰਕ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਟ ਮੀਨਸ ਮੈਕਸੀਮਮ ਵੋਲਟੇਜ ਤਾਂ ਰਹੀ ਨਹੀਂ, ਉਹਦੀ ਘਟ ਗਈ। ਸੋ ਇਹ ਲੈਸ ਦੈਨ ਦਾ ਮੈਕਸੀਮਮ ਵੋਲਟੇਜ ਹੁੰਦਾ ਹੈ। ਥਰਡ ਪੁਆਇੰਟ, ਇਟ ਇਜ਼ ਦਾ ਮੈਕਸੀਮਮ ਵਰਕ ਕੈਲਕੂਲੇਟਡ ਫਰੋਮ EMF ਬਾਏ ਦਾ ਸੈੱਲ। ਕਿਉਂਕਿ ਹਜੇ ਸੈੱਲ ਜੋ ਹੈ ਉਸਨੇ ਵਰਕਿੰਗ ਕਰਨੀ ਸ਼ੁਰੂ ਨਹੀਂ ਕੀਤੀ, ਤਾਂ ਇਹਦਾ ਮਤਲਬ ਉਹ ਹਜੇ ਪੂਰੀ ਐਫੀਸ਼ੀਐਂਸੀ ਹੈ, ਪੂਰਾ ਵਰਕ ਕਰ ਸਕਦਾ ਹੈ। ਬਟ ਇਹ the work calculated from potential difference is less than the maximum work obtainable from the cell। ਤੇ ਇਹ ਮੈਕਸੀਮਮ ਵਰਕ ਤੋਂ ਘੱਟ ਹੁੰਦਾ ਕਿਉਂਕਿ ਇੱਥੇ ਸੈੱਲ ਜੋ ਹੈ ਉਹਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ। ਸੋ ਥੀਜ਼ ਆਰ ਦਾ ਡਿਫਰੈਂਸਿਸ ਬਿਟਵੀਨ ਥੀਜ਼ ਟੂ ਟਰਮਸ। ਤੇ ਨੈਕਸਟ ਟੌਪਿਕ ਜੋ ਹੈ ਉਹ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।